ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੀ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ ਮੁਤੱਲਕ ਗੱਲਬਾਤ ਕਰਨੀ ਹੈ। ਬਹੁਤ ਸਾਰੇ ਤੁਹਾਡੇ ਸਵਾਲ ਆਉਂਦੇ ਆ ਜਦੋਂ ਵੀ ਕੋਈ ਅਸੀਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ। ਉਹਦੇ ਵਿੱਚ ਸਵਾਲ ਬਹੁਤਿਆਂ ਦੇ ਇੱਕੋ ਜਿਹੇ ਹੁੰਦੇ ਨੇ ਤੇ ਕਈਆਂ ਦੇ ਵੱਖੋ ਵੱਖਰੇ ਵੀ ਹੋਇਆ ਕਰਦੇ ਆ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਹੁਤੇ ਸਵਾਲਾਂ ਨੂੰ ਅਸੀਂ ਇਕੱਠਿਆਂ ਕਰਕੇ ਉਹਨਾਂ ਦੇ ਜਵਾਬ ਲੈਣ ਵਾਸਤੇ ਕਿਸੇ ਇਮੀਗ੍ਰੇਸ਼ਨ ਐਕਸਪਰਟ ਨੂੰ ਤੁਹਾਡੇ ਰੂਬਰੂ ਕਰੀਏ। ਅੱਜ ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ ਸਾਡੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕਰ ਰਹੇ ਆ। ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀਆਂ ਨੂੰ ਆਖੀਏ। ਬਾਈ ਜੀ, ਜੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਸਾਰੇ ਹੀ ਸੁਣਨ ਵਾਲੇ ਸਾਂਝਾ ਟੀਵੀ ਦੇ ਜਿੰਨੇ ਵੀ ਦਰਸ਼ਕ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਆਪਾਂ ਬੀਤੇ ਪ੍ਰੋਗਰਾਮਾਂ ਦੇ ਵਿੱਚ ਵੀ ਬਹੁਤ ਸਾਰੇ ਵੇਰੀਅਸ ਟੌਪਿਕ ਨੇ ਜਿਹੜੇ ਕਵਰ ਕਰਦੇ ਰਹੇ ਹਾਂ, ਪਰ ਪਿਛਲੇ ਪ੍ਰੋਗਰਾਮਾਂ ਤੋਂ ਬਾਅਦ ਜਿਹੜੀ ਫੀਡਬੈਕ ਪਹੁੰਚੀ ਹੈ, ਸ਼ਾਇਦ ਤੁਹਾਡੇ ਕੋਲ ਵੀ ਸਵਾਲ ਆਏ ਹੋਣਗੇ। ਸਭ ਤੋਂ ਵੱਧ ਲੋਕ ਚਿੰਤਾਜਨਕ ਸਥਿਤੀ ਵਿੱਚ ਉਹ ਨੇ, ਕੋਈ ਫਾਈਲ ਲਾਉਂਦੇ ਆ, ਰਿਫਿਊਜ਼ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂਆਤ ਕਰੀਏ ਕਿ ਰਿਫਿਊਜ਼ ਹੋਣ ਦਾ ਕਿਸੇ ਫਾਈਲ ਦਾ ਦਰਅਸਲ ਕਾਰਨ ਕੀ ਹੁੰਦਾ ਜੀ? ਹਾਂਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜੀ ਕਿ ਜਿਹੜੀ ਰਿਫਿਊਜ਼ਲ ਹੈਗੀ ਆ, ਇਹਦਾ ਜਿਹੜਾ ਸਭ ਤੋਂ ਮਾੜਾ ਐਸਪੈਕਟ ਇਮੀਗ੍ਰੇਸ਼ਨ ਦਾ ਇਹੀ ਹੈ ਕਿ ਜਦੋਂ ਕਿਸੇ ਦੀ ਰਿਫਿਊਜ਼ਲ ਲੱਗ ਜਾਂਦੀ ਹੈ, ਸੋ ਬਹੁਤ ਸਾਰੇ ਜਿਹੜੇ ਲੋਕ ਹੁੰਦੇ ਆ ਉਹ ਇਸ ਆਸ ਤੇ ਬੈਠੇ ਹੁੰਦੇ ਆ ਕਿ ਅਸੀਂ ਹੁਣ ਐਪਲੀਕੇਸ਼ਨ ਅਪਲਾਈ ਕੀਤੀ ਹੈ ਤੇ ਉਹਦਾ ਰਿਜ਼ਲਟ ਹੈਗਾ ਉਹ ਪੋਜ਼ਿਟਿਵ ਆਊਗਾ, ਪਰ ਜਦੋਂ ਕਿਤੇ ਨੈਗੇਟਿਵ ਰਿਜ਼ਲਟ ਆ ਜਾਂਦਾ ਤਾਂ ਬੜਾ ਧੱਕਾ ਲੱਗਦਾ ਉਹਨਾਂ ਨੂੰ। ਸੋ ਮੇਨਲੀ ਮੈਂ ਇੱਥੇ ਜਿਹੜੀਆਂ ਰਿਫਿਊਜ਼ਲਸ ਆ ਉਹਨਾਂ ਦੀ ਗੱਲ ਕਰੂੰਗਾ, ਜਿਹੜੇ ਵਿਜ਼ਟਰ ਵੀਜ਼ਾ ਤੋਂ ਲੈ ਕੇ ਸਟੱਡੀ ਪਰਮਿਟਸ ਹੈਗੇ ਆ ਤੇ ਵਰਕ ਪਰਮਿਟਸ ਹੈਗੇ ਆ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਦੀ ਕੈਟਾਗਰੀ ਹੈ। ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਆ ਉਹ ਦੋ ਚੀਜ਼ਾਂ ਕਰਕੇ ਥੋੜੀ ਰਿਫਿਊਜ਼ ਹੋ ਸਕਦੀ ਹੈ, ਜਾਂ ਤਾਂ ਜਿਵੇਂ ਡਾਕੂਮੈਂਟ ਕੋਈ ਤੁਹਾਡਾ ਗਲਤ ਲੱਗ ਗਿਆ ਵਿੱਚ, ਜਾਂ ਤੁਹਾਡੀ ਜਿਹੜੀ ਆ ਐਡਮਿਸਿਬਿਲਿਟੀ ਦਾ ਇਸ਼ੂ ਬਣ ਗਿਆ, ਚਾਹੇ ਉਹ ਮੈਡੀਕਲੀ ਹੈ ਚਾਹੇ ਉਹ ਕ੍ਰਿਮੀਨੈਲਿਟੀ ਦੇ ਸੰਬੰਧ ਦੇ ਵਿੱਚ ਹੈਗੀ ਹੈ ਜੀ। ਉਹ ਇੱਕ ਲੰਬਾ ਚੌੜਾ ਵਿਸ਼ਾ, ਉਹਨੂੰ ਆਪਾਂ ਕਿਸੇ ਦਿਨ ਫੇਰ ਡਿਸਕਸ ਕਰ ਲਵਾਂਗੇ ਜੀ। ਹਾਂਜੀ, ਸੋ ਪਰ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੈਗਾ ਜੀ, ਉਹਦੇ ਵਿੱਚ ਜਿਹੜੀ ਜ਼ਿਆਦਾ ਰਿਫਿਊਜ਼ਲ ਲੱਗਦੀ ਆ ਉਹ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਤੇ ਵਰਕ ਪਰਮਿਟਸ ਦੇ ਵਿੱਚ ਲੱਗਦੀ ਹੈ। ਇੱਥੇ ਮੈਂ ਇੱਕ ਚੀਜ਼ ਬਹੁਤ ਜ਼ਰੂਰੀ ਮੈਂਸ਼ਨ ਕਰਨੀ ਚਾਹੁੰਦਾ ਕਿ ਜਦੋਂ ਕਿਸੇ ਦੀ ਰਿਫਿਊਜ਼ਲ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਕਾਹਲੀ ਹੁੰਦੀ ਹੈ ਕਿ ਅਸੀਂ ਦੁਬਾਰਾ ਐਪਲੀਕੇਸ਼ਨ ਪਾ ਲਈਏ ਜੀ। ਕਈ ਤਾਂ ਮੈਂ ਇਸ ਤਰ੍ਹਾਂ ਦੇ ਐਪਲੀਕੈਂਟਸ ਦੇਖੇ ਆ ਕਿ ਜਿਨ੍ਹਾਂ ਦੀ ਹਜੇ ਐਪਲੀਕੇਸ਼ਨ ਰਿਫਿਊਜ਼ਨ 15 ਦਿਨ ਹੋਏ ਆ ਤੇ ਨਾਲ ਹੀ ਉਹਨਾਂ ਨੇ ਸੈਕੰਡ ਐਪਲੀਕੇਸ਼ਨ ਪਾਤੀ, ਫਿਰ ਉਹ ਵੀ ਰਿਫਿਊਜ਼ ਹੋ ਜਾਂਦੀ ਹੈ। ਸੋ ਮੈਂ ਆਲਵੇਜ਼ ਕਹਿਣਾ ਹੁੰਦਾ ਕਿ ਜਦੋਂ ਵੀ ਕਿਸੇ ਦੀ ਐਪਲੀਕੇਸ਼ਨ ਕੋਈ ਰਿਫਿਊਜ਼ ਹੁੰਦੀ ਹੈ ਜੀ, ਤੇ ਜਿਹੜੇ ਉਹਦੇ ਰੀਜ਼ਨਸ ਹੁੰਦੇ ਆ ਉਹਨਾਂ ਨੂੰ ਆਪਾਂ ਦੇਖ ਪਰਖ ਲਿਆ ਕਰੀਏ ਜੀ। ਇਹਦਾ ਸਭ ਤੋਂ ਵਧੀਆ ਜਿਹੜਾ ਇਸ ਚੀਜ਼ ਨੂੰ ਪਰਖਣ ਦਾ ਤਰੀਕਾ ਇਹ ਹੈ ਕਿ GCMS ਨੋਟਸ ਹੁੰਦੇ ਆ ਜੀ। ਜਦੋਂ ਤੁਹਾਡੀ ਇੱਕ ਵਾਰੀ ਰਿਫਿਊਜ਼ਲ ਲੱਗ ਗਈ ਤਾਂ ਤੁਸੀਂ GCMS ਨੋਟਸ ਜ਼ਰੂਰ ਜਿਹੜੇ ਹੈਗੇ ਸਾਨੂੰ ਕੌਂਸਲੇਟ ਤੋਂ ਮੰਗਾ ਲੈਣੇ ਚਾਹੀਦੇ ਆ। ਉਹ ਆਮ ਬੰਦਾ ਮੰਗਵਾ ਸਕਦਾ ਜੀ? ਉਹ ਸਿਰਫ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਤੇ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਹੋਣਾ ਚਾਹੀਦਾ ਜੀ, ਜਾਂ ਲਾਇਰ ਹੋਣਾ ਚਾਹੀਦਾ ਹੈ। ਪਰ ਹੁਣ ਜਿਹੜਾ ਬੰਦਾ ਇੰਡੀਆ ਬੈਠਾ ਸੀ, ਉਹਨੇ ਵਰਕ ਪਰਮਿਟ ਲਈ ਅਪਲਾਈ ਕੀਤਾ ਜਾਂ ਉਹਨੇ ਵਿਜ਼ਟਰ ਵੀਜ਼ੇ ਲਈ ਅਪਲਾਈ ਕੀਤਾ, ਪਰ ਉਹਦਾ ਤਾਂ ਕੋਈ ਇੱਥੇ PR ਉਹਨੂੰ ਜਾਣਨ ਵਾਲਾ ਹੈ ਨਹੀਂ ਜੀ। ਜਿਹੜੇ ਬੰਦੇ ਨੇ ਵਰਕ ਪਰਮਿਟ ਅਪਲਾਈ ਕੀਤਾ, ਉਹਦਾ ਜਿਹੜਾ EMPLOYER ਹੈ ਜੀ, ਉਹ ਜੌਬ ਆਫਰ ਦੇ ਰਿਹਾ, ਉਹ ਕੈਨੇਡੀਅਨ ਹੈ ਜੀ, ਉਹ ਪ੍ਰਾਈਵੇਸੀ ਐਕਟ ਦੇ ਅੰਡਰ ਉਹ ਪਾ ਸਕਦਾ ਹੈ ਇਨਫੋਰਮੇਸ਼ਨ ਦੇ ਅਧੀਨ ਕਿ ਉਹ ਸਾਰੀ ਦੀ ਸਾਰੀ ਦੀ ਫਾਈਲ ਉਹ ਮੰਗਾ ਸਕਦਾ ਹੈ ਕਿ ਕੀ ਕਾਰਨ ਬਣੇ ਆ। ਜੇਕਰ ਕਿਸੇ ਦਾ ਕੋਈ ਕੰਟੈਕਟ ਨਹੀਂ ਤਾਂ ਅਸੀਂ ਕਿਸ ਗੱਲ ਲਈ ਬੈਠੇ ਹਾਂ ਜੀ, ਸਾਨੂੰ ਵੀ ਪੁੱਛਿਆ ਜਾ ਸਕਦਾ ਹੈ। ਸੋ ਅਸੀਂ ਸਾਰੀ ਦੀ ਸਾਰੀ ਉਹ ਐਪਲੀਕੇਸ਼ਨ ਆਪਣੇ ਟੇਬਲ ਤੇ ਮੰਗਾ ਸਕਦੇ ਹਾਂ। ਐਂਡ ਜਦੋਂ ਵੀ ਕੋਈ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ, ਐਂਡ ਮੋਰ ਓਵਰ ਜਦੋਂ ਕਿਸੇ ਦੀ ਐਪਲੀਕੇਸ਼ਨ ਅਪਰੂਵ ਹੁੰਦੀ ਹੈ, ਜੇ ਵੀਜ਼ਾ ਵੀ ਲੱਗਦਾ ਹੈ ਜੀ, ਤਾਂ ਜਿਹੜਾ ਆਫਿਸਰ ਹੈ ਉਹ ਇੱਕ ਰਿਪੋਰਟ ਤਿਆਰ ਕਰਦਾ ਜੀ। ਅੱਛਾ ਜੀ। ਉਹਨੂੰ ਰਿਪੋਰਟ ਦੇ ਵਿੱਚ ਲਿਖਣਾ ਪੈਂਦਾ ਹੈ ਕਿ ਉਹ ਵੀਜ਼ਾ ਜੇਕਰ ਉਹਨੇ ਦਿੱਤਾ ਹੈ ਤਾਂ ਉਹਨੇ ਕਿਹੜੇ ਕਿਹੜੇ ਰੀਜ਼ਨਸ ਦੇਖੇ, ਕਿਹੜੇ ਕਿਹੜੇ ਐਸਪੈਕਟਸ ਦੇਖੇ ਐਪਲੀਕੇਸ਼ਨ ਦੇ ਵਿੱਚ ਕਿ ਉਹਨੇ ਵੀਜ਼ਾ ਅਪਰੂਵ ਕਰਤਾ। ਜੇਕਰ ਉਹ ਵੀਜ਼ਾ ਡਿਨਾਈ ਕਰਦਾ ਹੈ, ਵੀਜ਼ਾ ਰਿਫਿਊਜ਼ ਕਰਦਾ, ਤਾਂ ਵੀ ਇੱਕ ਆਫਿਸਰ ਬਕਾਇਦਾ ਰਿਪੋਰਟ ਤਿਆਰ ਕਰਦਾ ਹੈ ਕਿ ਉਹਨੇ ਉਸ ਐਪਲੀਕੇਸ਼ਨ ਵਿੱਚ ਕੀ ਕੀ ਡੈਫੀਸ਼ੀਐਂਸੀਜ਼ ਦੇਖੀਆਂ ਜਿਹਦੇ ਕਰਕੇ ਜਿਹੜੀ ਉਹ ਐਪਲੀਕੇਸ਼ਨ ਰਿਫਿਊਜ਼ ਕਰ ਰਿਹਾ ਹੈ। ਸੋ ਜਿਹੜੀ ਨਾਰਮਲ ਤੁਹਾਡੀ ਰਿਫਿਊਜ਼ਲ ਲੈਟਰ ਹੈਗੀ ਆ, ਉਹ ਇੱਕ ਸਟੈਂਡਰਡ ਲੈਟਰ ਹੈਗੀ ਹੈ। ਉਹਦੇ ਵਿੱਚ ਉਹਨਾਂ ਨੇ ਇੱਕੋ ਜਾਂ ਦੋ ਹੀ ਰੀਜ਼ਨ ਪਾ ਕੇ ਜਾਂ ਟਿਕ ਮਾਰਕ ਕਰਕੇ ਤੁਹਾਨੂੰ ਐਪਲੀਕੇਸ਼ਨ ਭੇਜ ਦੇਣੀ ਹੈ। ਉਹ ਤਾਂ ਫਰਮਾ ਜਾਂ ਪੱਕਾ ਹੀ ਪੈਸਾ ਉਹਨੂੰ ਭੇਜ ਦੇਣੀ ਹੈ, ਪੱਕਾ ਪਰਫਾਰਮਾ ਬਣਿਆ ਹੁੰਦਾ ਜੀ। ਪਰ ਜਿਹੜੀ ਰਿਪੋਰਟ ਆਫਿਸਰ ਨੇ ਤਿਆਰ ਕੀਤੀ ਹੁੰਦੀ ਹੈ, ਉਹ ਸਾਰੀ ਦੀ ਸਾਰੀ ਜਿਹੜੀ ਰਿਪੋਰਟ ਹੈਗੀ ਉਹ ਅਸੀਂ ਮੰਗਾ ਸਕਦੇ ਹਾਂ। ਐਂਡ ਉਸ ਰਿਪੋਰਟ ਦੇ ਵਿੱਚ ਬਕਾਇਦਾ ਜਿਹੜੇ ਰੀਜ਼ਨਸ ਹੈਗੇ ਆ, ਉਹ ਡੀਟੇਲ ਰੀਜ਼ਨ ਉਹ ਐਂਡ ਦੇ ਉੱਪਰ ਸਾਰੀ ਰਿਪੋਰਟ ਤਿਆਰ ਕਰਦਾ ਜਦੋਂ ਆਫਿਸਰ, ਤਾਂ ਉਹਦੇ ਵਿੱਚ ਲਿਖਦਾ ਹੈ ਕਿ ਕੀ ਕਾਰਨ ਜਿਹੜੇ ਹੈਗੇ ਆ ਉਹਨੇ ਦੇਖੇ ਆ ਤੇ ਇਹਨੂੰ ਰਿਫਿਊਜ਼ ਕਰ ਰਿਹਾ ਹੈ। ਸੋ ਜਦੋਂ ਅਸੀਂ ਨੈਕਸਟ ਐਪਲੀਕੇਸ਼ਨ ਪਾਵਾਂਗੇ ਜੀ, ਫਿਰ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਡੈਫੀਸ਼ੀਐਂਸੀ ਦੇਖੀਆਂ ਉਹਨੂੰ ਰੈਕਟੀਫਾਈ ਕਰਦੇ ਹੋਏ, ਉਹਨੂੰ ਐਕਸਪਲੇਨ ਕਰਦੇ ਹੋਏ ਜਿਹੜੀ ਨਵੀਂ ਐਪਲੀਕੇਸ਼ਨ ਪਾਵਾਂਗੇ, ਤਾਂ ਸੈਕੰਡ ਐਪਲੀਕੇਸ਼ਨ ਜਿਹੜੀ ਹੈਗੀ ਆ ਉਹਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਿ ਉਹਨਾਂ ਨੂੰ ਵੀਜ਼ਾ ਲੱਗੂਗਾ। ਅੱਛਾ, ਇਹਦਾ ਕੋਈ ਟਾਈਮ ਫਰੇਮ ਵੀ ਹੁੰਦਾ ਜੀ?
ਕਿ ਇੰਨੀ ਟਾਈਮ ਦੇ ਵਿੱਚ ਹੀ ਆਪਾਂ GCMS ਕਹਿੰਦੇ ਹੋ? ਹਾਂਜੀ GCMS ਨੋਟਸ। ਹਾਂਜੀ, ਉਹ ਜਿਹੜੇ ਨੋਟਿਸ ਨੇ ਕਿ ਆਪਾਂ ਵਿਦਿਨ 30 ਡੇਜ਼ 90 ਡੇਜ਼ ਕੋਈ ਟਾਈਮ ਫਰੇਮ ਹੈ ਜੀ? ਨਹੀਂ ਜੀ, ਉਹਦਾ ਕੋਈ ਟਾਈਮ ਫਰੇਮ ਨਹੀਂ ਹੈਗਾ ਜੀ। ਅੱਛਾ, ਚਾਹੇ ਤੁਹਾਡੀ ਐਪਲੀਕੇਸ਼ਨ 5 ਸਾਲ ਪਹਿਲਾਂ ਪਾਈ ਗਈ ਸੀ, ਤੁਹਾਡੇ ਕੋਲੇ ਫਾਈਲ ਨੰਬਰ ਹੋਇਆ ਹੋਣਾ ਚਾਹੀਦਾ ਜੀ। ਤੁਹਾਡੇ ਕੋਲ ਰਿਫਿਊਜ਼ਲ ਲੈਟਰ ਦੇ ਫਾਈਲ ਨੰਬਰ ਹੁੰਦਾ ਜੀ, ਤੇ ਤੁਹਾਡੇ ਕੋਲੇ ਪਾਸਪੋਰਟ ਕਾਪੀ ਜਿਹੜੀ ਤੁਹਾਡੀ ਆਇਡੈਂਟੀਫਿਕੇਸ਼ਨ ਹੈਗੀ ਹੈ, ਅਸੀਂ ਉਹ ਪਾ ਕੇ ਜੀ ਉਹ ਸਾਰਾ ਕੁਝ ਮੰਗਾ ਸਕਦੇ ਹਾਂ ਜੀ। ਉਹਦੇ ਵਿੱਚ ਸਾਰੀ ਡੀਟੇਲਡ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਜੀ। ਐਂਡ ਮੋਸਟਲੀ ਕੀ ਹੁੰਦਾ ਕਿ ਆਪਣੇ ਖਾਸ ਤੌਰ ਤੇ ਪੰਜਾਬ ਦੇ ਆਪਣੇ ਐਪਲੀਕੈਂਟਸ ਹੈਗੇ, ਉਹ ਐਪਲੀਕੇਸ਼ਨ ਦੇ ਉੱਪਰ ਐਪਲੀਕੇਸ਼ਨ ਪਾਈ ਜਾਂਦੇ ਆ। ਕਈ ਵਾਰੀ ਇਹ ਵੀ ਕਰਦੇ ਆ ਬਹੁਤ ਸਾਰੇ ਜਾਣਨ ਵਾਲੇ, ਇਹ ਵੀ ਹੈ ਉਹਨਾਂ ਦੀ ਐਪਲੀਕੇਸ਼ਨ ਰਿਫਿਊਜ਼ ਹੋ ਗਈ, ਹਾਂਜੀ, ਬਸ ਦੁਬਾਰਾ ਫੇਰ ਲਾ ਦੇਣੀ ਆ ਕਿ ਸ਼ਾਇਦ ਹੁਣ ਅਫਸਰ ਚੇਂਜ ਹੋ ਜੂ, ਉਹਦੇ ਚ ਨਾ ਕੋਈ ਜਿਹੜੀਆਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਆਹ ਚੀਜ਼ਾਂ ਉਹ ਨਾ ਡਿਲੀਟ ਕਰਨ ਦੀ ਕੋਸ਼ਿਸ਼ ਕਰਦੇ ਆ, ਨਾ ਉਹਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਆ। ਜਦੋਂ ਤੁਹਾਡਾ ਇੱਕ ਵਾਰੀ ਮੈਂ ਇੱਥੇ ਦੱਸਣਾ ਚਾਹਣਾ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਪੈ ਜਾਂਦੀ ਹੈ ਜੀ, ਤਾਂ ਤੁਹਾਡਾ ਇੱਕ UCI ਨੰਬਰ ਜਿਹੜਾ ਕ੍ਰੀਏਟ ਹੋ ਜਾਂਦਾ ਹੈ, ਯੂਨੀਕ ਕਲਾਇੰਟ ਆਇਡੈਂਟੀਫਿਕੇਸ਼ਨ ਨੰਬਰ। ਜਦੋਂ ਤੁਸੀਂ ਐਪਲੀਕੇਸ਼ਨ ਪਾਉਂਗੇ ਤਾਂ ਜਿੰਨੇ ਵਾਰੀ ਉਸ ਪਾਸਪੋਰਟ ਦੇ ਅੰਡਰ ਐਪਲੀਕੇਸ਼ਨ ਜਾਊਗੀ ਤਾਂ ਤੁਹਾਡਾ UCI ਦੇ ਉੱਪਰੋਂ ਜਿਹੜੇ ਆਫੀਸਰ ਨਵਾਂ ਦੇਖੂਗਾ ਤਾਂ ਉਹ ਸਾਰੀ ਪਹਿਲਾਂ ਪਿਛਲੀ ਐਪਲੀਕੇਸ਼ਨ ਨੂੰ ਐਨਾਲਾਈਜ਼ ਕਰਦਾ ਹੈ। ਨਵੀਂ ਐਪਲੀਕੇਸ਼ਨ ਦੇਖਣ ਤੋਂ ਪਹਿਲਾਂ ਉਹਨੇ ਜਿਹੜੀ ਪਹਿਲੀਆਂ ਰਿਫਿਊਜ਼ਲਸ ਲੱਗੀਆਂ ਹੈਗੀਆਂ, ਚਾਹੇ ਉਹ 1 ਲੱਗੀ ਹੈ ਚਾਹੇ 2 ਲੱਗੀਆਂ, ਤਾਂ ਉਹ ਲਾਜ਼ਮੀ ਉਹਨੇ ਉਹਨਾਂ ਨੂੰ ਐਨਾਲਾਈਜ਼ ਕਰਨਾ ਹੈ। ਪਹਿਲਾਂ ਉਹਨੇ ਪਿਛਲੀ ਐਪਲੀਕੇਸ਼ਨ ਦੇਖਣੀ ਹੈ, ਉਸ ਐਪਲੀਕੇਸ਼ਨ ਦੇਖਣ ਤੋਂ ਬਾਅਦ ਜੇਕਰ ਕੁਝ ਐਪਲੀਕੇਸ਼ਨ 'ਚ ਨਵਾਂ ਪਾਇਆ ਹੈ, ਲੈਟਸ ਸੇ ਕਿ ਕੋਈ ਐਪਲੀਕੇਸ਼ਨ ਦੇ 'ਚ ਇਨਫੋਰਮੇਸ਼ਨ ਹੀ ਚੇਂਜ ਕੀਤੀ ਹੈ, ਲੈਟਸ ਸੇ ਕਿ ਪਹਿਲਾਂ ਕਿਸੇ ਐਪਲੀਕੈਂਟ ਨੇ ਫਾਰਮਿੰਗ ਦਾ ਆਪਣਾ ਆਕੂਪੇਸ਼ਨ ਭਰਿਆ ਸੀਗਾ, ਪਰ ਉਸ ਤੋਂ ਜਿਹੜੀ ਨੈਕਸਟ ਐਪਲੀਕੇਸ਼ਨ ਉਹਦੇ ਵਿੱਚ ਉਹ ਆਪਣੇ ਨੂੰ ਵੈਲਡਰ ਸ਼ੋਅ ਕਰ ਰਿਹਾ, ਤਾਂ ਆਫੀਸਰ ਉਸ ਚੀਜ਼ ਦੇ ਉੱਪਰ ਮਿਸ ਰੈਪ ਦਾ ਲਾ ਕੇ ਸੈਕਸ਼ਨ 40 ਉਹਦੇ ਅੰਡਰ ਉਹ 5 ਸਾਲ ਦਾ ਬੈਨ ਵੀ ਲਾ ਸਕਦਾ ਹੈ। ਪਰ ਇਹਦੇ 'ਚ ਇਹ ਤਾਂ ਹੋ ਸਕਦਾ ਹੈ ਕਿ ਮੈਂ ਮੰਨ ਲਓ 2019 ਦੇ ਵਿੱਚ ਐਜ਼ ਅ ਫਾਰਮਰ ਅਪਲਾਈ ਕੀਤਾ ਸੀ, ਹਾਂਜੀ, ਹੁਣ ਮੈਂ 2021 ਚ ਅਪਲਾਈ ਕਰ ਰਿਹਾ, ਮੈਂ ਉਹਦੇ ਤੋਂ ਬਾਅਦ ਵੈਲਡਿੰਗ ਦਾ ਕੰਮ ਸਿੱਖ ਲਿਆ, ਹੁਣ ਮੈਂ ਵੈਲਡਰ ਬਣ ਗਿਆ, ਹਾਂਜੀ, ਕਿ ਉਹ ਅਪਗ੍ਰੇਡ ਕੀਤੀ ਜਾ ਸਕਦੀ ਹੈ ਇਨਫੋਰਮੇਸ਼ਨ? ਉਹ ਇਨਫੋਰਮੇਸ਼ਨ ਅਪਗ੍ਰੇਡ ਕੀਤੀ ਮੰਨੀ ਜਾਊਗੀ, ਪਰ ਜੇਕਰ ਤੁਸੀਂ 2021 ਦੇ ਵਿੱਚ ਫਾਰਮਰ ਸੁਪਰਵਾਈਜ਼ਰ ਐਪਲੀਕੇਸ਼ਨ ਸ਼ੋਅ ਕੀਤਾ ਸੀ ਤੇ ਉਹੀ ਇਨਫੋਰਮੇਸ਼ਨ ਹੁਣ ਦੁਬਾਰਾ ਤੁਸੀਂ ਵੈਲਡਰ ਦੱਸ ਰਹੇ ਹੋ, ਜਿਹੜਾ ਕਿ ਤੁਸੀਂ ਪਹਿਲਾਂ ਫਾਰਮਰ ਦੱਸਿਆ ਸੀਗਾ, ਸੋ ਉਹ ਜਿਹੜੀ ਚੀਜ਼ ਹੈਗੀ ਉਹ ਮਿਸਰੈਪ ਵੱਲ ਚਲੀ ਜਾਂਦੀ ਹੈ। ਆਫੀਸਰ ਬਹੁਤ ਸਾਰੇ ਹੁਣ ਐਪਲੀਕੈਂਟਸ ਨੂੰ ਕਾਲਸ ਆਉਂਦੀਆਂ ਕਿ ਸਾਡੇ ਤੇ 5 ਸਾਲ ਦਾ ਬੈਨ ਲੱਗ ਗਿਆ। ਇੱਕ ਬੰਦੇ ਦੇ ਪਿੱਛੇ ਜੇ ਮੈਂ ਫੋਰ ਐਗਜ਼ਾਮਪਲ ਦਰਸ਼ਕਾਂ ਲਈ ਬੜੀ ਲਾਹੇਵੰਦ ਸਾਬਤ ਹੋ ਸਕਦੀ ਹੈ, ਪਿੱਛੇ ਜੇ ਐਪਲੀਕੈਂਟ ਦੇ ਉੱਪਰ 5 ਸਾਲ ਦਾ ਬੈਨ ਲੱਗਾ ਸੀਗਾ, ਐਂਡ ਉਹਨੇ ਮੈਨੂੰ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਤੇ ਬੈਨ ਕਿਉਂ ਲੱਗ ਗਿਆ, ਕਿ ਮੈਂ ਸਾਰੀ ਦੀ ਸਾਰੀ ਐਕੂਰੇਟ ਇਨਫੋਰਮੇਸ਼ਨ ਭਰੀ ਹੈ ਜੀ। ਜਦੋਂ ਅਸੀਂ ਉਹਦੇ GCMS ਨੋਟਸ ਮੰਗਾਏ ਤਾਂ ਉਹਨਾਂ ਦੇ ਵਿੱਚ ਕੀ ਸੀਗਾ ਕਿ ਉਹਦੀ ਇੱਕ ਸਿਸਟਰ ਜਿਹੜੀ ਸੀਗੀ ਉਹ ਟੋਰਾਂਟੋ ਰਹਿ ਰਹੀ ਸੀਗੀ, ਜਿਹਦੇ ਬਾਰੇ ਐਪਲੀਕੇਸ਼ਨ ਦੱਸ ਨਹੀਂ ਰਿਹਾ ਸੀਗਾ। ਅੱਛਾ, ਜਦੋਂ ਅਸੀਂ ਉਹਨੂੰ ਪੁੱਛਿਆ ਕਿ ਤੂੰ ਐਪਲੀਕੈਂਟ ਨੂੰ ਪੁੱਛਿਆ ਗਿਆ ਕਿ ਤੂੰ ਕਿਉਂ ਨਹੀਂ ਦੱਸ ਰਿਹਾ ਸੀਗਾ, ਤਾਂ ਉਹ ਕਹਿੰਦਾ ਕਿ ਸਾਡਾ ਤਾਂ ਆਪਸ ਵਿੱਚ ਬਹੁਤ ਚਿਰ ਦਾ ਬੋਲਚਾਲ ਬਣਦਾ, ਮੈਂ ਆਪਣੀ ਸਿਸਟਰ ਭੈਣ ਤਾਂ ਭੈਣ ਹੀ ਰਹਿਣੀ ਹੈ ਨਾ, ਭੈਣ ਤਾਂ ਭੈਣ ਰਹਿਣੀ ਹੈ ਜੀ। ਜਦੋਂ ਉਹਨੇ ਐਪਲੀਕੇਸ਼ਨ ਪਾਈ ਸੀ ਤਾਂ ਉਹਨੇ ਆਪਣੇ ਭੈਣਾਂ ਭਰਾਵਾਂ ਬਾਰੇ ਦੱਸਿਆ ਸੀਗਾ, ਸੋ ਜਦੋਂ ਉਹਨਾਂ ਨੇ ਐਪਲੀਕੇਸ਼ਨ ਦੇ ਵਿੱਚੋਂ ਰੈਕਡ ਕੱਢ ਲਿਆ ਤਾਂ ਉਹਦੇ ਵਿੱਚ ਉਹਦੀ ਭੈਣ ਦੀ ਟੋਰਾਂਟੋ ਰਹਿੰਦੀ ਸੀਗੀ, ਉਹ ਅਪਰੂਵ ਹੋ ਗਈ ਤੇ ਉਹਦੇ 5 ਸਾਲ ਦਾ ਬੈਨ ਲੱਗਿਆ ਸਿਰਫ ਇਸੇ ਗੱਲ ਦਾ। ਪਰ ਇਸ ਤਰ੍ਹਾਂ ਦੀ ਜੇ ਮੰਨ ਲਓ ਜਿਹੜੀ ਇਹ ਮਿਸ ਰੀਪ੍ਰੈਜ਼ੈਂਟੇਸ਼ਨ ਉਹਦੇ ਤੇ ਲੱਗ ਗਈ, ਹਾਂਜੀ, ਬੈਨ ਵੀ 5 ਸਾਲ ਦਾ ਲੱਗ ਗਿਆ, ਹਾਂਜੀ, ਕਿ ਇਸ ਬਣਾ ਦੇ ਉੱਤੇ ਕਿ ਸਾਡੀ ਤਾਂ ਬੋਲਚਾਲ ਨਹੀਂ, ਇਸ ਬਣਾ ਦੇ ਉੱਤੇ ਅਪੀਲ ਕੀਤੀ ਜਾ ਸਕਦੀ ਹੈ? ਅਪੀਲ ਕੀਤੀ ਜਾ ਸਕਦੀ ਹੈ ਜੀ, ਪਰ ਉਹਦੇ ਵਿੱਚ ਬੜੀ ਇਹ ਇੱਕ ਵਿਚਕਾਨਾ ਜਾਂ ਰੀਜ਼ਨ ਆ ਜਿਹੜਾ ਜੱਜ ਆ, ਡਿਪੈਂਡ ਕਰਦਾ ਹੈ ਕਿ ਉਹ ਇਸ ਨੂੰ ਕੰਸੀਡਰ ਕਰੂਗਾ ਜਾਂ ਨਹੀਂ ਕਰੂਗਾ, ਕਿ ਅਸੀਂ 10 ਸਾਲ ਪਹਿਲਾਂ ਤੋਂ ਨਹੀਂ ਬੋਲ ਰਹੇ, ਸਾਡਾ ਤਾਂ ਆਪਸ 'ਚ ਗੱਲਬਾਤ ਨਹੀਂ ਹੈਗੀ, ਕੀ ਇਸ ਚੀਜ਼ ਨੂੰ ਜਿਹੜਾ ਜੱਜ ਰਿਸ਼ਤਾ ਦਾ ਤੁਹਾਡਾ ਰਿਸ਼ਤਾ ਜੀ, ਤੁਹਾਨੂੰ ਦੱਸਣਾ ਪੈਣਾ ਆ ਕਿ ਤੁਹਾਡੀ ਜਿਹੜੀ ਸਿਸਟਰ ਹੈਗੀ ਉਹ ਕੋਈ ਵੀ ਤੁਹਾਡਾ ਭੈਣ ਭਰਾ ਹੈਗਾ, ਚਾਹੇ ਉਹ ਵਿਜ਼ਿਟ ਕਰਕੇ ਵੀ ਗਏ ਹੈਗੇ ਆ, ਜੋ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਕਾਲਮਸ ਹੈਗੇ ਉਹਨਾਂ ਸੱਚੋ ਸੱਚ ਇਨਫੋਰਮੇਸ਼ਨ ਦੱਸਣੀ ਜ਼ਰੂਰੀ ਹੁੰਦੀ ਹੈ। ਨਾਲੇ ਇਹ ਵੀ ਆਪਾਂ ਦੱਸ ਸਕਦੇ ਹਾਂ, ਜੇ ਮੈਂ ਗਲਤ ਹੋਇਆ ਕਰੈਕਟ ਕਰ ਦਿਓ, ਮੰਨ ਲਓ ਆਪਾਂ ਐਪਲੀਕੇਸ਼ਨ ਭਰਦੇ ਹਾਂ, ਐਪਲੀਕੇਸ਼ਨ ਕਿਸੇ ਇਨਸਾਨ ਨੇ ਭਰੀ, ਉਹਦੇ ਮਾਂ ਜਾਂ ਬਾਪ ਦੁਨੀਆ ਤੇ ਹੈ ਨਹੀਂ, ਹਾਂਜੀ, ਜੇ ਹੁਣ ਉੱਥੇ ਜ਼ਿਕਰ ਹੀ ਨਾ ਕਰੇ ਵੀ ਉਹ ਤਾਂ ਇਸ ਦੁਨੀਆ ਤੇ ਹੈ ਨਹੀਂ, ਹਾਂਜੀ, ਵੀ ਹੁਣ ਜ਼ਿਕਰ ਕਰਨਾ ਪੈਣਾ ਹੈ ਜੀ, ਜ਼ਿਕਰ ਤਾਂ ਕਰਨਾ ਪੈਣਾ ਨਾ ਜੀ, ਉਹਨੂੰ ਬਕਾਇਦਾ ਡੈਥ ਸਰਟੀਫਿਕੇਟ ਆ ਜਿਹੜਾ ਲਾਉਣਾ ਪੈਣਾ ਜੀ, ਬਕਾਇਦਾ ਡੇਟ ਆ ਜਿਹੜੀ ਡੈਥ ਦੀ ਦੱਸਣੀ ਪੈਣੀ ਹੈ, ਇਸ ਜਗ੍ਹਾ ਤੇ ਡੈਥ ਹੋਈ ਸੀਗੀ ਉਹ ਵੀ ਦੱਸਣਾ ਪੈਣਾ ਹੈ। ਸੋ ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਤਾਂ ਵੀ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਕਰ ਜਾਂਦੇ ਹਾਂ, ਹਾਂਜੀ, ਇਸੇ ਤਰ੍ਹਾਂ ਦਾ ਇੱਕ ਕੇਸ ਆਇਆ, ਉਹ ਬੰਦਾ ਕਹਿੰਦਾ ਵੀ ਮੈਂ ਐਪਲੀਕੇਸ਼ਨ ਭਰੀ ਨਹੀਂ, ਕਿਸ ਤੋਂ ਭਰਵਾਈ ਹੈ, ਹਾਂਜੀ, ਪਰ ਹੇਠਾਂ ਮੇਰਾ ਖਿਆਲ ਦੇ ਵਿੱਚ ਤੁਸੀਂ ਦੱਸਿਓ ਕਿ ਲਿਖਣਾ ਪੈਂਦਾ ਕਿ ਤੁਸੀਂ ਐਪਲੀਕੇਸ਼ਨ ਆਪ ਭਰੀ ਆ ਜਾਂ ਕਿਸ ਤੋਂ ਭਰਵਾਈ ਹੈ। ਉਹਨੇ ਭਰਿਆ ਨਹੀਂ, ਉਹਨੇ ਲਿਖ ਦਿੱਤਾ ਕਿ ਮੈਂ ਆਪ ਭਰੀ ਹੈ, ਹਾਂਜੀ, ਬਾਅਦ ਦੇ ਵਿੱਚ ਉਹ ਪਹਿਲਾਂ ਕੈਨੇਡਾ ਆਇਆ ਸੀ, ਕੈਨੇਡਾ ਤੋਂ ਉਹਨੂੰ ਇੱਥੋਂ ਡਿਪੋਰਟ ਆਰਡਰ ਤਾਂ ਨਹੀਂ ਸੀ ਲੱਗੇ, ਪਰ ਕੈਨੇਡਾ ਛੱਡਣ ਵਾਸਤੇ ਆਖਿਆ ਗਿਆ ਸੀ, ਉਹ ਚਲਾ ਗਿਆ ਆਪਣੇ ਆਪ ਵਲੰਟਰਲੀ, ਪਰ ਉਸ ਬੰਦੇ ਨੇ ਉਸ ਗੱਲ ਦਾ ਜ਼ਿਕਰ ਕੀਤਾ ਨਹੀਂ, ਐਪਲੀਕੇਸ਼ਨ ਦੇ ਹੇਠਾਂ ਲਿਖਿਆ ਕਿ ਮੈਂ ਖੁਦ ਭਰੀ ਆ, ਬਾਅਦ ਦੇ ਵਿੱਚ ਉਹਨਾਂ ਨੂੰ ਕਹਿੰਦਾ ਵੀ ਜਾ ਕੇ ਮੈਂ ਤਾਂ ਭਰੀ ਨਹੀਂ ਭਰੀ, ਤੁਸੀਂ ਸੀ, ਤੁਹਾਨੂੰ ਮੈਂ ਦੱਸਿਆ ਸੀ, ਤੁਸੀਂ ਇਹਦੇ ਵਿੱਚ ਉਸ ਚੀਜ਼ ਦਾ ਜ਼ਿਕਰ ਕਿਉਂ ਨਹੀਂ ਕੀਤਾ? ਉਹ ਕਹਿੰਦੇ ਸਾਨੂੰ ਪਤਾ ਸੀ ਜ਼ਿਕਰ ਕਰ ਦਿੰਦੇ, ਸ਼ਾਇਦ ਤੈਨੂੰ ਵੀਜ਼ਾ ਰਿਫਿਊਜ਼ ਹੋ ਜਾਣਾ ਸੀ। ਹੁਣ 5 ਸਾਲ ਦਾ ਉਹਦੇ ਤੇ ਵੀ ਬੈਨ ਹੈ, ਜੇਕਰ ਇਸ ਤਰ੍ਹਾਂ ਕੋਈ ਬੰਦਾ ਕਰਦਾ ਹੈ, ਹਾਂਜੀ, ਮੰਨ ਲਓ ਕੋਈ ਕੰਸਲਟੈਂਟ ਕਰਦਾ ਹੈ, ਕਿ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਹੈ? ਦੇਖੋ, ਇਹ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ, ਇਹ ਕੇਸ ਆਮ ਹੋ ਗਿਆ ਜੀ ਹੁਣ। ਅੱਛਾ,
ਖਾਸ ਤੌਰ ਤੇ ਇੰਡੀਆ ਦੇ ਵਿੱਚ ਜੀ, ਜਦੋਂ ਇੰਡੀਆ ਦੀ ਗੱਲ ਹੈ ਵੀ ਜੀ। ਹਾਂਜੀ, ਜਦੋਂ ਤੁਸੀਂ ਕਿਸੇ ICCRC ਮੈਂਬਰ ਨੂੰ ਨਹੀਂ ਡੀਲ ਕਰਦੇ ਜਾਂ ਕਿਸੇ ਲਾਅ ਸੁਸਾਇਟੀ ਦੇ ਮੈਂਬਰ ਨੂੰ ਨਹੀਂ ਡੀਲ ਕਰਦੇ ਤਾਂ ਇਸ ਤਰ੍ਹਾਂ ਦੇ ਜਿਹੜੇ ਕਨਸੀਕੁਐਂਸਸ ਆ ਬਹੁਤ ਜ਼ਿਆਦਾ ਹੋ ਰਹੇ ਆ ਜੀ। ਸਾਨੂੰ ਬਹੁਤ ਸਾਰੀਆਂ ਐਪਲੀਕੇਸ਼ਨ ਦੇ ਵਿੱਚ ਇਸ ਤਰ੍ਹਾਂ 5 ਸਾਲ ਦਾ ਬੈਨ ਲੱਗਿਆ ਹੁੰਦਾ ਹੈ, ਬਹੁਤ ਸਾਰੇ ਕੁਐਸਚਨਸ ਆਉਂਦੇ ਆ ਕਿ ਜੀ ਅਸੀਂ ਤਾਂ ਕਿਸੇ ਬੰਦੇ ਨੂੰ ਪੇਪਰ ਦੇਤੇ ਸੀ, ਉਹਨੇ ਕੀ ਭਰਿਆ ਕੀ ਨਹੀਂ ਭਰਿਆ ਸਾਨੂੰ ਨਹੀਂ ਪਤਾ। ਪਰ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਜਦੋਂ ਤੁਸੀਂ ਕਿਸੇ ਨੂੰ ਡਾਕੂਮੈਂਟਸ ਦੇਤੇ, ਤੁਸੀਂ ਐਪਲੀਕੇਸ਼ਨ ਜਮ੍ਹਾਂ ਕਰਵਾਤੀ, ਚਾਹੇ ਆਨਲਾਈਨ ਐਪਲੀਕੇਸ਼ਨ ਗਈ ਹੈ ਜਿਹਦੇ ਵਿੱਚ ਕਿ ਸਾਈਨ ਦੀ ਜ਼ਰੂਰਤ ਨਹੀਂ ਪੈਂਦੀ, ਤੁਸੀਂ ਕਿਸੇ ਨੂੰ ਆਥੋਰਾਈਜ਼ ਕੀਤਾ ਆ ਉਹ ਐਪਲੀਕੇਸ਼ਨ ਪਾਉਣ ਦੇ ਲਈ, ਤਾਂ ਤੁਸੀਂ ਘੱਟੋ ਘੱਟ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਾਰੀ ਦੀ ਸਾਰੀ ਐਪਲੀਕੇਸ਼ਨ ਦੀ ਕਾਪੀ ਲਵੋ ਕਿ ਉਹਦੇ ਵਿੱਚ ਉਹ ਕੀ ਭਰ ਰਿਹਾ ਹੈ, ਸੱਚੋ ਸੱਚ ਇਨਫੋਰਮੇਸ਼ਨ ਜਿਹੜੀ ਭਰ ਰਿਹਾ ਹੈ ਉਹਦੇ ਤੋਂ ਪੁੱਛੀ ਜਾ ਸਕਦੀ ਹੈ ਕਿ ਕੀ ਭਰਿਆ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਉਹਨੂੰ ਡਾਕੂਮੈਂਟ ਦੇ ਕੇ ਆ ਜਾਂਦੇ ਆ ਤੇ ਉਹ ਕੋਈ ਮਿਸ ਰਿਪਰੈਜ਼ੈਂਟੇਸ਼ਨ ਕਰਦਾ, ਬਹੁਤ ਸਾਰੇ ਮੈਂ ਦੇਖ ਰਿਹਾ ਕਿ ਇੰਡੀਆ ਤੋਂ ਜਿਹੜੇ ਕੰਸਲਟੈਂਟਸ ਹੈਗੇ ਆ ਜਿਹੜੇ ਜਿਨ੍ਹਾਂ ਦੇ ਕੋਲੇ ਕੋਈ ਡੈਜ਼ਿਗਨੇਸ਼ਨ ਨਹੀਂ ਹੈ, ਸਿਰਫ ਦੇਖਾ ਦੇਖੀ ਕੰਮ ਚਲਾ ਰਹੇ ਆ, ਕਿਉਂਕਿ 2-4 ਸਾਲ ਕੰਮ ਕੀਤਾ ਤੇ ਕੰਮ ਤੋਰ ਲਿਆ, ਉੱਥੇ ਜੀ ਸਾਰਾ ਕੁਝ ਫਰਦਾਂ ਜਾਲੀ ਬਣ ਰਹੀਆਂ, ਬੈਂਕ ਸਟੇਟਮੈਂਟਸ ਜਾਲੀ ਲਾਈ ਜਾਂਦੇ ਹੈਗੇ ਆ, ਜੇ ਫਾਰਮ ਜਾਲੀ ਲੱਗਦੇ ਆ, ਤਾਂ ਕੀ ਹੁੰਦਾ ਕਿ ਤੁਸੀਂ ਪੇਪਰ ਦੇ ਕੇ ਆ ਜਾਂਦੇ, ਉਹਨਾਂ ਨੂੰ ਪਤਾ ਨਹੀਂ ਕਿ ਉਹ ਤੁਹਾਨੂੰ ਕੀ ਪ੍ਰੈਜ਼ੈਂਟ ਕਰ ਰਿਹਾ ਹੈ। ਐਪਲੀਕੇਸ਼ਨ 'ਚ ਤੁਸੀਂ ਫਾਰਮਿੰਗ ਦੇ ਪੇਪਰ ਦੇ ਕੇ ਆਏ ਆ ਤਾਂ ਤੁਹਾਨੂੰ ਨਹੀਂ ਪਤਾ ਕਿ ਉਹ ਤੁਹਾਨੂੰ ਸ਼ੈਲਰ ਦਾ ਮਾਲਕ ਦਿਖਾ ਰਿਹਾ ਹੈ ਜਾਂ ਭੱਠਿਆਂ ਦੇ ਮਾਲਕ ਦਿਖਾ ਰਿਹਾ ਹੈ। ਸੋ ਉਸ ਤਰ੍ਹਾਂ ਕੀ ਹੈ ਕਿ ਜਦੋਂ ਉਹ ਬੈਨ ਲੱਗ ਜਾਂਦਾ ਹੈ ਤਾਂ ਐਪਲੀਕੈਂਟ ਕਹਿੰਦਾ ਕਿ ਜੀ ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਦੇ ਕੇ ਆ ਗਿਆ ਸੀ ਪੇਪਰ। ਤੁਸੀਂ ਇਹ ਸਾਰੇ ਕਾਸੇ ਲਈ ਜੇ 5 ਸਾਲ ਦਾ ਬੈਨ ਲੱਗਦਾ ਤਾਂ ਐਪਲੀਕੈਂਟ ਲਈ ਰਿਸਪੌਂਸੀਬਲ ਹੈ। ਇਹਦੇ ਲਈ ਜੋ ਕੰਸਲਟੈਂਟ ਉਹ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ, ਕਿਉਂਕਿ ਉਹ ਬੰਦਾ ਵੀ ਹੋ ਸਕਦਾ ਹੈ ਕਿ ਆਪਣੀ ਰਿਪਰੈਜ਼ੈਂਟੇਸ਼ਨ ਲਾਈ ਨਾ ਰਿਹਾ, ਉਹਨੇ ਲਾਈ ਨਹੀਂ ਜੀ। ਉਸ ਐਪਲੀਕੇਸ਼ਨ ਦੇ ਵਿੱਚ ਵੀ ਉਹਨੇ ਇਹ ਲਿਖਿਆ ਕਿ ਜਿਹੜਾ ਐਪਲੀਕੈਂਟ ਆ ਉਹਨੇ ਖੁਦ ਐਪਲੀਕੇਸ਼ਨ ਫਿਲ ਕੀਤੀ ਹੈ। ਹਾਂਜੀ, ਉਹ ਲਾਉਂਦੇ ਨਹੀਂ ਜੀ ਕਿਉਂਕਿ ਦੇ ਆਰ ਨਾਟ ਐਲੀਜੀਬਲ, ਉਹ ਲਾ ਨਹੀਂ ਸਕਦੇ ਕਿਉਂਕਿ ICCRC ਮੈਂਬਰ ਤੇ ਲਾਅ ਸੁਸਾਇਟੀ ਦਾ ਮੈਂਬਰ ਹੀ ਸਿਰਫ ਤੁਹਾਨੂੰ ਰਿਪਰੈਜ਼ੈਂਟ ਕਰ ਸਕਦਾ, ਜਿਹੜਾ ਮੈਂਬਰ ਨਹੀਂ ਹੈਗਾ ਉਹ ਰਿਪਰੈਜ਼ੈਂਟ ਕਰ ਹੀ ਨਹੀਂ ਸਕਦਾ ਤੁਹਾਨੂੰ। ਸੋ ਬਹੁਤ ਸਾਰੇ ਕੇਸਿਸ 'ਚ ਕੀ ਹੁੰਦਾ ਹੈ ਕਿ ਤੁਸੀਂ ਪੇਪਰ ਦੇ ਕੇ ਆ ਜਾਂਦੇ ਆ ਤੇ ਉਹ ਤੁਹਾਡੀ ਜੋ ਇਨਫੋਰਮੇਸ਼ਨ ਦਿਲ ਕਰਦਾ ਉਹ ਭਰ ਦਿੰਦੇ ਆ। ਉਹਨਾਂ ਨੇ ਤਾਂ ਇੱਕ ਪਰਪਸ ਹੁੰਦਾ ਕਿ ਅਸੀਂ ਵੀਜ਼ਾ ਲੈ ਕੇ ਦੇਣਾ ਹੈ, ਚਾਹੇ ਹੁੱਕ ਔਰ ਕਰੁੱਕ, ਚਾਹੇ ਜਿਸ ਮਰਜ਼ੀ ਵੇ ਨਾਲ ਜਾਵੇ, ਇਹਦਾ ਇੱਕ ਵਾਰੀ ਵੀਜ਼ਾ ਲੱਗ ਜਾਵੇ। ਤੇ ਜਦੋਂ ਇੱਥੇ ਬੰਦਾ ਆ ਜਾਂਦਾ, ਇੱਥੇ ਬਹੁਤ ਲੋਕਾਂ ਨਾਲ ਹੋਈ ਹੈ ਜੀ, ਜਦੋਂ ਲੋਕ ਇੱਥੇ ਆ ਜਾਂਦੇ ਹੈਗੇ ਆ ਤੇ ਵਰਕ ਪਰਮਿਟ ਲਈ ਬਾਰਡਰ ਤੇ ਚਲੇ ਜਾਂਦੇ, ਉੱਥੇ ਇਨਫੋਰਮੇਸ਼ਨ ਕੁਝ ਹੋਰ ਨਿਕਲਦੀ ਹੈ ਜੀ। ਇੱਥੇ ਉਹ ਕਹਿ ਰਹੇ ਕਿ ਅਸੀਂ ਤਾਂ ਫਾਰਮਿੰਗ ਦੇ ਪੇਪਰ ਦੇ ਕੇ ਅਸੀਂ ਤਾਂ ਫਾਰਮਿੰਗ ਸ਼ੋਅ ਕੀਤਾ, ਪਰ ਜਦੋਂ ਬਾਰਡਰ ਤੇ ਜਾਂਦੇ ਜੀ ਸਾਹਮਣੇ ਫਾਈਲ ਖੋਲੀ ਪਈ ਹੈ, ਉਹਨਾਂ ਨੇ ਆਪਣੀ ਫਾਈਲ ਸਾਰੀ ਦੇਖ ਲੈਣੀ ਹੈ ਜੀ। ਸੋ ਉੱਥੇ ਵੀ ਬਹੁਤ ਲੋਕਾਂ ਨਾਲ ਇੱਥੋਂ ਬੈਕ ਮੋੜਿਆ ਗਿਆ ਜੀ। ਅੱਛਾ, ਇੱਕ ਹੋਰ ਦੱਸਿਓ ਮੈਨੂੰ ਯਾਦ ਆ ਗਿਆ, ਜਿਸ ਤਰ੍ਹਾਂ ਤੁਸੀਂ ਕੇਸ ਦੀ ਗੱਲ ਕਰਦੇ ਹੋ, ਆਪਣੇ ਰਿਚਮੰਡ ਦੇ ਵਿੱਚੋਂ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ, ਹਾਲਾਂਕਿ ਉਹਨਾਂ ਕੋਲ ਕੈਨੇਡੀਅਨ ਨਾਗਰਿਕਤਾ ਵੀ ਸੀ। ਹਾਂਜੀ, ਜੇ ਤੁਸੀਂ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੋਈ ਹੈ, ਭਾਵੇਂ 10 ਸਾਲ ਪਹਿਲਾਂ ਕੀਤੀ, 15 ਸਾਲ ਪਹਿਲਾਂ ਕੀਤੀ, ਬਾਅਦ ਦੇ ਵਿੱਚ ਕਿਸੇ ਨੇ ਤੁਹਾਡੀ ਕੰਪਲੇਂਟ ਕਰ ਦਿੱਤੀ ਜਾਂ ਫਿਰ ਇੱਥੋਂ ਦੇ ਸਿਸਟਮ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਤੇ ਫਿਰ ਵੀ ਗਾਜ਼ ਡਿੱਗਦੀ ਹੈ। ਦੇਖੋ ਜੀ, ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਫਿਰ ਕਾਫੀ ਚਾਂਸਸ ਹੁੰਦੇ ਆ ਕਿ ਤੁਸੀਂ ਬਚ ਸਕਦੇ ਆ, ਪਰ ਜੇ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋ, ਹਜੇ ਸਿਟੀਜ਼ਨਸ਼ਿਪ ਨਹੀਂ ਲਈ, ਤਾਂ ਤੁਹਾਨੂੰ ਜੇ ਮਿਸ ਰਿਪਰੈਜ਼ੈਂਟੇਸ਼ਨ ਪ੍ਰੂਵ ਹੋ ਜਾਂਦੀ ਹੈ ਕਿ ਤੁਸੀਂ ਗਲਤ ਡਾਕੂਮੈਂਟੇਸ਼ਨ ਲਾ ਕੇ ਆਪਣੀ PR ਲਈ ਸੀ, ਜਾਂ ਤੁਸੀਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ, ਐਕਚੁਅਲ ਸਿਚੁਏਸ਼ਨ ਕੁਝ ਹੋਰ ਸੀਗੀ, ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕੁਝ ਹੋਰ ਕੀਤਾ, ਜੇਕਰ ਇਹ ਚੀਜ਼ਾਂ ਫਾਊਂਡ ਆਊਟ ਹੋ ਜਾਂਦੀਆਂ ਤੇ ਪ੍ਰੂਵ ਹੋ ਜਾਂਦੀਆਂ ਤਾਂ ਤੁਹਾਡੀ ਜਿਹੜੀ PR ਉਹ ਬੈਕ ਲਈ ਜਾ ਸਕਦੀ ਹੈ ਤੇ ਤੁਹਾਨੂੰ ਡੀਪੋਰਟ ਕੀਤਾ ਜਾ ਸਕਦਾ ਹੈ 100%। ਹੁਣ ਆਪਾਂ ਫੇਰ ਆਈਏ ਕਿ ਜਦੋਂ ਲੋਕਾਂ ਦੀ ਰਿਫਿਊਜ਼ਲ ਹੁੰਦੀ ਹੈ, ਹਾਂਜੀ, ਰਿਫਿਊਜ਼ਲ ਤੋਂ ਬਚਣ ਵਾਸਤੇ ਕੀ ਕੀਤਾ ਜਾਵੇ? ਰਿਫਿਊਜ਼ਲ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਜੀ ਕਿ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਹੈਗਾ ਹੈ, ਚਾਹੇ ਉਹ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਚਾਹੇ US ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਉਹ ਸੱਚਾਈ ਦੇ ਉੱਪਰ ਚੱਲਦੇ ਆ ਜੀ। ਸਭ ਤੋਂ ਜਿਹੜੀ ਟਰੂਥਫੁਲਨੈਸ ਹੈਗੀ ਆ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਮੈਂ ਇੱਥੇ ਐਗਜ਼ਾਮਪਲ ਦੇਣੀ ਚਾਹਣਾ ਕਿ ਜੇ ਤੁਹਾਡੇ ਕੋਲੇ 5 ਏਕੜ ਹੈ ਪਿੱਛੇ ਤੇ ਤੁਸੀਂ ਆਪਣੇ ਆਪ ਨੂੰ ਫਾਰਮਰ ਸ਼ੋਅ ਕਰ ਰਹੇ ਹੋ ਤੇ ਉਹਦੇ 'ਚ ਕੋਈ ਹਰਜ ਨਹੀਂ ਕਿ ਤੁਸੀਂ 5 ਏਕੜ ਹੀ ਦੱਸੋ। ਜ਼ਰੂਰੀ ਨਹੀਂ ਆ ਕਿ ਜੇ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਕਿ ਜੀ ਆਪਾਂ ਐਂ ਕਰਦੇ ਹਾਂ ਉਹਨੂੰ 25 ਏਕੜ ਬਣਾ ਦਿੰਦੇ ਆ, ਤੁਹਾਡੀਆਂ ਮੈਂ ਫਰਦਾਂ ਜਾਲੀ ਤਿਆਰ ਕਰਵਾ ਦਿੰਦਾ ਹੈ। ਜੇ ਤੁਹਾਡੇ ਅਕਾਊਂਟ ਦੇ ਵਿੱਚ ਲੈਟ ਸੇ 5 ਲੱਖ ਰੁਪਏ ਦੀ ਸਟੇਟਮੈਂਟ ਹੈਗੀ ਹੈ ਤਾਂ ਤੁਸੀਂ 5 ਲੱਖ ਹੀ ਦੱਸੋ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਕਿ ਜੀ 25 ਲੱਖ ਮੈਂ ਸ਼ੋਅ ਕਰਵਾ ਦਿੰਦਾ, ਮੈਂ ਇੱਧਰੋਂ ਉੱਧਰੋਂ ਪੈਸੇ ਦਾ ਇੰਤਜ਼ਾਮ ਕਰ ਦਿੰਦਾ, ਤੁਸੀਂ ਵੀਜ਼ਾ ਲੱਗ ਜਾਊਗਾ। ਉਹ ਕਈ ਵਾਰੀ ਲਾਲਚ ਚ ਆ ਜਾਂਦਾ ਬੰਦਾ, ਯਾਰ ਆਪਾਂ ਨੂੰ ਵੀਜ਼ਾ ਹੀ ਚਾਹੀਦਾ, ਕਰ ਲਓ ਜੀ ਕੀ ਕਰਨਾ। ਹਾਂਜੀ, ਸੋ ਜਦੋਂ ਵੀ ਵਿਜ਼ਟਰ ਵੀਜ਼ਾ ਆਫਿਸਰ ਦਿੰਦਾ ਹੈ ਜਾਂ ਵਰਕ ਪਰਮਿਟ ਦਿੰਦਾ ਹੈ ਜਾਂ ਸਟੱਡੀ ਪਰਮਿਟ ਦਿੰਦਾ ਹੈ, ਉਹਨੇ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਕੀ ਇਹ ਜਿਹੜਾ ਪਰਸਨ ਆ, ਜਿਹੜਾ ਐਪਲੀਕੈਂਟ ਆ, ਕੈਂਡੀਡੇਟ ਹੈਗਾ, ਇਹ ਕੈਨੇਡਾ ਦੇ ਵਿੱਚ ਵਿਜ਼ਿਟ ਕਰਕੇ, ਕੰਮ ਕਰਕੇ ਜਾਂ ਪੜ੍ਹ ਕੇ ਬੈਕ ਆਊਗਾ ਜਾਂ ਨਹੀਂ ਆਊਗਾ। ਸੋ ਉਹਦੇ ਰੀਜ਼ਨਸ ਤੁਹਾਨੂੰ ਸ਼ੋਅ ਕਰਨੇ ਪੈਣੇ ਆ। ਪਰ ਬਹੁਤ ਸਾਰੇ ਲੋਕ ਕੀ ਹੈ ਕਿ ਜਿਹੜੇ ਜੇਕਰ ਤੁਸੀਂ ਸੱਚਾਈ ਦੱਸੋਗੇ ਤਾਂ 100% ਤੁਹਾਨੂੰ ਵੀਜ਼ਾ ਲੱਗੂਗਾ। ਪ੍ਰੈਜੈਂਟੇਸ਼ਨ ਕਰਨ ਤੇ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਰਸਤਾ ਫੜਿਆ ਹੋਇਆ ਲੋਕਾਂ ਨੇ, ਜਿਹੜੇ ਉੱਥੋਂ ਦੇ ਕੰਸਲਟੈਂਟਸ ਹੈਗੇ ਆ ਜਾਂ ਜਿਹੜੇ ਵੀ ਏਜੰਟ ਟਾਈਪ ਬੰਦੇ ਹੈਗੇ ਆ,
ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਹੁੱਕ ਔਰ ਕਰੁੱਕ ਬੰਦੇ ਨੂੰ ਕੈਨੇਡਾ ਵਾੜ ਦਈਏ। ਉਦੋਂ ਜਦੋਂ ਇਹ ਚੀਜ਼ ਪ੍ਰੈਜੈਂਟੇਸ਼ਨ ਕਰਦੇ ਕੀ ਹੈ ਕਿ ਮਿਸ ਰੈਪ ਕਰ ਬਹਿੰਦੇ ਆ, ਜਾਲੀ ਬੈਂਕ ਸਟੇਟਮੈਂਟਸ, ਜਾਲੀ ਜਿਹੜੇ ਹੈਗੇ ਆ ਐਸੈਟਸ ਦਿਖਾ ਦੇਣੇ ਬੰਦੇ ਨੇ, ਪ੍ਰਾਪਰਟੀਜ਼ ਦਿਖਾਉਣੀਆਂ ਆ, ਉਹ ਕਿਸੇ ਵੀ ਟਾਈਮ ਫੜੀਆਂ ਜਾ ਸਕਦੀਆਂ ਆ। ਹੁਣ ਜਿਹੜਾ ਡਿਪਾਰਟਮੈਂਟ ਹੈਗਾ ਉਹ ਬਹੁਤ ਅਲਰਟ ਹੈ ਇਸ ਚੀਜ਼ ਨੂੰ ਲੈ ਕੇ, ਬਹੁਤ ਜ਼ਿਆਦਾ ਉਹਨਾਂ ਦੇ ਕੋਲੇ ਐਫੀਸ਼ੀਐਂਟ ਮੈਜ਼ਰਸ ਹੈਗੇ ਆ ਜਿਨ੍ਹਾਂ ਤੋਂ ਉਹ ਫਾਊਂਡ ਆਊਟ ਕਰ ਸਕਦੇ ਆ ਕਿ ਕੀ ਇਹ ਡਾਕੂਮੈਂਟ ਓਰੀਜਨਲ ਹੈ ਜਾਂ ਇਹ ਜੈਨੂਨ ਹੈਗਾ ਜਾਂ ਨਹੀਂ ਹੈਗਾ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਚਾਹੇ ਰਿਫਿਊਜ਼ਲ ਲੱਗ ਜਾਵੇ ਪਰ ਤੁਸੀਂ ਸੱਚਾਈ ਦੇ ਉੱਪਰ ਰਹਿਣਾ। ਜਿਹੜੀ ਨੈਕਸਟ ਐਪਲੀਕੇਸ਼ਨ ਵੀ ਆ ਉਹਦੇ ਵਿੱਚ ਤੁਸੀਂ ਫਿਰ ਸੱਚਾਈ ਦੱਸ ਕੇ ਵੀਜ਼ਾ ਲੈ ਸਕਦੇ ਆ। ਪਰ ਜੇ ਤੁਸੀਂ ਇੱਕ ਵਾਰੀ ਮਿਸਰੈਪ ਕਰਤਾ ਤਾਂ ਕਈ ਵਾਰੀ 5 ਤੋਂ ਲੈ ਕੇ 10 ਸਾਲ ਦਾ ਜਿਹੜਾ ਖਮਿਆਜਾ ਉਹ ਭੁਗਤਣਾ ਪੈ ਜਾਂਦਾ। ਉਹ ਸਾਰੀ ਉਮਰ ਤੱਕ ਦਾ ਹੀ ਹੁੰਦਾ ਜੀ, ਕਿਉਂਕਿ ਬਾਅਦ ਚ ਵੀ ਦੇਖਣਗੇ ਕਿ ਅੱਗੇ ਬੰਦਾ ਝੂਠ ਬੋਲਿਆ ਸੀ ਸਿਸਟਮ ਨਾਲ, ਸ਼ਾਇਦ ਹੁਣ ਵੀ ਫਰਾਡ ਕਰ ਰਿਹਾ। ਉਹ ਵੈਸੇ ਹੀ ਆਪਾਂ ਨੂੰ ਲੱਗਦਾ ਹੁੰਦਾ ਕਿ 5 ਸਾਲ ਦਾ ਬੈਨ ਹੈ, ਉਹ ਉਮਰ ਭਰ ਦਾ ਇੱਕ ਤਰ੍ਹਾਂ ਦਾ ਬੈਨ ਲੱਗ ਜਾਂਦਾ ਜੀ। ਅੱਛਾ, ਇੱਕ ਹੋਰ ਦੱਸਿਓ ਕਿ ਇਹ ਮਿਥ ਹੈ? ਬਹੁਤ ਸਾਰੇ ਲੋਕ ਇਹ ਧਾਰਨਾ ਬਣਾਈ ਬੈਠੇ ਆ ਕਿ ਯਾਰ ਜੇ ਇੱਕ ਵਾਰੀ ਜਾਂ 2 ਵਾਰੀ ਰਿਫਿਊਜ਼ਲ ਲੱਗ ਗਈ ਹੁਣ ਨਹੀਂ ਬਣਨਾ। ਦੇਖੋ ਜੀ, ਇਹ ਮੈਥ ਹੈਗੀ ਆ ਲੋਕਾਂ ਦੇ ਵਿੱਚ, ਪਰ ਇਹ ਬਿਲਕੁਲ ਮੈਥ ਗਲਤ ਹੈ ਜੀ। ਅੱਛਾ, 4 ਵਾਰੀ ਜਿਹੜੀਆਂ ਰਿਫਿਊਜ਼ਲ ਲੱਗੀਆਂ ਜੀ ਉਹਨਾਂ ਦੇ ਵੀਜ਼ੇ ਅਸੀਂ ਲਏ ਹੈਗੇ ਆ, ਸੱਚਾਈ ਦੱਸ ਕੇ ਲਏ ਆ, ਐਕਸਪਲੇਨੇਸ਼ਨ ਦੇ ਕੇ ਲਏ ਆ। ਜੇਕਰ ਤੁਸੀਂ ਐਪਲੀਕੇਸ਼ਨ ਦੇ ਵਿੱਚ ਆਫੀਸਰ ਨੂੰ ਸੱਚਾਈ ਦੱਸਦੇ ਆ, ਪ੍ਰੈਜੈਂਟੇਸ਼ਨ ਤੁਹਾਡੀ ਸਹੀ ਹੁੰਦੀ ਹੈ। ਪਿੱਛੇ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਇੱਥੋਂ ਇੱਕ ਐਪਲੀਕੈਂਟ ਸੀਗਾ, ਉਹਦਾ ਵਰਕ ਪਰਮਿਟ ਦੇ ਉੱਪਰ ਬਾਰਡਰ ਤੇ ਜਦੋਂ ਲੈਣ ਗਿਆ ਤਾਂ ਉਹਦੀ ਐਪਲੀਕੇਸ਼ਨ ਦੇ ਵਿੱਚ ਕੁਝ ਹੋਰ ਨਿਕਲਿਆ ਜਿਹੜਾ ਉਹਨੂੰ ਪਤਾ ਹੀ ਨਹੀਂ ਸੀਗਾ, ਐਂਡ ਉਹਨੂੰ ਇੱਥੋਂ ਪਿੱਛੇ ਮੋੜ ਦਿੱਤਾ ਗਿਆ। ਅੱਛਾ, ਉਹਨੂੰ ਡਿਪਾਰਚਰ ਆਰਡਰ ਲੱਗ ਗਿਆ, ਉਹ ਇੱਥੋਂ ਚਲਾ ਗਿਆ। ਅਸੀਂ ਉਸ ਤੋਂ ਬਾਅਦ ਦੁਬਾਰਾ ਉਹਦਾ ਵੀਜ਼ਾ ਤੱਕ ਕੈਂਸਲ ਹੋ ਗਿਆ ਸੀਗਾ। ਤਾਂ ਉਹ ਬੰਦਾ ਦੁਬਾਰਾ ਸਾਨੂੰ ਉਹਨਾਂ ਨੇ ਅਪਰੋਚ ਕੀਤਾ, ਅਸੀਂ ਉਹਨਾਂ ਨੂੰ ਸੱਚਾਈ ਦੱਸੀ ਕਿ ਇਹ ਇੱਕ ਇਨੋਸੈਂਟ ਪਰਸਨ ਹੈਗਾ, ਡੈਫੀਨੇਟਲੀ ਇਹ ਰਿਸਪੌਂਸੀਬਲ ਹੈਗਾ ਆ, ਪਰ ਇਹਦਾ ਆਹ ਬਿਜ਼ਨਸ ਹੈ, ਆਹ ਇਹਦੇ ਐਸੈਟਸ ਹੈਗੇ ਆ, ਆਹ ਇਹਦੇ ਸੋਰਸ ਆਫ ਇਨਕਮ ਹੈਗੇ ਆ। ਸੋ ਇਹ ਵਿਜ਼ਿਟ ਜੈਨੂਅਲੀ ਕਰਨਾ ਚਾਹੁੰਦਾ, ਉਹਦੀ ਸਿਸਟਰ ਇੱਥੇ ਰਹਿੰਦੀ ਹੈ, ਤਾਂ ਉਹਨੂੰ ਦੁਬਾਰਾ ਵੀਜ਼ਾ ਲੱਗਿਆ ਜੀ। ਦੁਬਾਰਾ ਵੀਜ਼ਾ ਲੱਗਿਆ ਐਂਡ ਉਸ ਤੋਂ ਬਾਅਦ ਉਹਨੇ ਫਾਰਮ ਸੁਪਰਵਾਈਜ਼ਰ ਇੱਥੇ ਆ ਕੇ ਵਰਕ ਪਰਮਿਟ ਵੀ ਲਿਆ। ਸੋ ਤੁਸੀਂ ਹਮੇਸ਼ਾ ਜਿਹੜੇ ਤੱਥ ਹੈਗੇ ਆ ਉਹਨਾਂ ਨੂੰ ਸੱਚਾਈ ਦੇ ਨਾਲ ਜਦੋਂ ਪੇਸ਼ ਕਰਦੇ ਆ ਤਾਂ ਵੀਜ਼ਾ ਆਫੀਸਰ ਡੈਫੀਨੇਟਲੀ ਉਹਨੂੰ ਪੋਜ਼ਿਟਿਵ ਵੇ ਨਾਲ ਐਪਲੀਕੇਸ਼ਨ ਨੂੰ ਦੇਖਦਾ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ 2 ਜਾਂ 3 ਵਾਰੀ ਵੀਜ਼ਾ ਰਿਫਿਊਜ਼ ਹੋਇਆ ਤੇ ਉਹਨੂੰ ਵੀਜ਼ਾ ਲੱਗ ਨਹੀਂ ਸਕਦਾ। ਇਹ ਬਿਲਕੁਲ ਗਲਤ ਹੈ। ਹੋ ਸਕਦਾ ਪਹਿਲਾਂ ਤੁਹਾਡਾ ਕੇਸ ਚੰਗੇ ਤਰੀਕੇ ਨਾਲ ਪੇਸ਼ ਹੀ ਨਾ ਕੀਤਾ ਗਿਆ ਹੋਵੇ। ਸੋ ਜਿਵੇਂ ਪਹਿਲੀਆਂ ਰਿਫਿਊਜ਼ਲਸ ਲੱਗੀਆਂ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਸਾਡੇ ਕੋਲ ਜ਼ਿਆਦਾ ਰਿਫਿਊਜ਼ਲ ਲੱਗੀਆਂ ਵਾਲਾ ਕੇਸ ਹੁੰਦਾ ਤਾਂ ਅਸੀਂ ਪਿਛਲੇ ਰੀਜ਼ਨ ਜ਼ਰੂਰ ਮੰਗਾਉਣੇ ਆ। ਅਸੀਂ ਆਲਵੇਜ਼ ਕੌਂਸਲੇਟ ਤੋਂ, ਜਿਸ ਵੀ ਕੌਂਸਲੇਟ 'ਚੋਂ ਐਪਲੀਕੇਸ਼ਨ ਰਿਫਿਊਜ਼ ਹੋਈਆਂ, ਅਸੀਂ ਉੱਥੋਂ ਪਿਛਲੇ ਐਪਲੀਕੇਸ਼ਨ ਜਿੰਨੀਆਂ ਰਿਫਿਊਜ਼ਲ ਹੋਈਆਂ ਉਹਦੀਆਂ ਰੀਜ਼ਨ ਮੰਗਾਉਣੇ ਆ। ਉਹਨਾਂ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਦੇ ਆ, ਉਹਨਾਂ ਨੂੰ ਫੁੱਲੀ ਥੋਰੋਲੀ ਡੀਟੇਲਲੀ ਉਹਨਾਂ ਨੂੰ ਦੇਖ ਕੇ ਫਿਰ ਦੁਬਾਰਾ ਨਵੀਂ ਐਪਲੀਕੇਸ਼ਨ ਲਾਉਣੇ ਆ, ਜਿਹਦੇ ਤੇ ਬਹੁਤ ਵਾਰੀ ਪੋਜ਼ਿਟਿਵ ਰਿਜ਼ਲਟ ਮਿਲਦਾ ਜੀ। ਅੱਛਾ, ਹੁਣ ਇੱਕ ਮੈਨੂੰ ਹੋਰ ਦੱਸਿਓ, ਬੀਤੇ ਕਈ ਦਿਨਾਂ ਤੋਂ ਮੈਂ ਕਾਫੀ ਮੈਸੇਜ ਰਿਸੀਵ ਕਰ ਰਿਹਾ, ਹਾਂਜੀ, ਭਾਵੇਂ ਕੁਬੈਕ ਦੀ ਆਪਾਂ ਗੱਲ ਕਰੀਏ ਨਾ ਕਰੀਏ, ਹਾਂਜੀ, ਪਰ ਜਦੋਂ ਬੰਦਾ ਇੰਡੀਆ 'ਚ ਪੰਜਾਬ 'ਚ ਬੈਠਾ ਉਹਦੇ ਵਾਸਤੇ ਕੈਨੇਡਾ ਇੱਕੋ ਹੀ ਹੈ। ਹਾਂਜੀ, ਬਹੁਤ ਸਾਰੇ ਕਾਲਜਸ ਦੇ ਵਿੱਚ ਬੱਚਿਆਂ ਨੇ ਦਾਖਲੇ ਲਏ, ਕੋਵਿਡ ਕਰਕੇ ਕਈ ਵਾਰ ਡੈਫਰ ਕਰਵਾਉਂਦੇ ਗਏ। ਹਾਂਜੀ, ਪਰ ਜਦੋਂ ਨੂੰ ਉਹਨਾਂ ਨੇ ਸੋਚਿਆ ਕਿ ਹੁਣ ਚੱਲੀਏ, ਉਦੋਂ ਨੂੰ ਉਹਨਾਂ ਦੇ ਕਾਲਜਸ ਦੇ ਉੱਤੇ ਪਾਬੰਦੀਆਂ ਲੱਗ ਗਈਆਂ। ਹਾਂਜੀ, ਬਹੁਤ ਸਾਰੇ ਕਾਲਜਸ ਦੇ ਉੱਤੇ ਪਾਬੰਦੀਆਂ ਆਪਣੇ BC ਵਿੱਚ ਵੀ ਲੱਗਣ ਦੀਆਂ ਖਬਰਾਂ ਬੜੀਆਂ ਸੀ, ਪਰ ਕੁਬੈਕ ਦੇ ਵਿੱਚੋਂ ਵੱਡੀਆਂ ਖਬਰਾਂ ਆਈਆਂ ਨੇ। ਹਾਂਜੀ, ਤੇ ਇਹ ਕਿਉਂ ਪਾਬੰਦੀਆਂ ਲੱਗ ਜਾਂਦੀਆਂ ਨੇ, ਕਾਰਨ ਕੀ ਹੁੰਦੇ ਆ ਜੀ? ਜਿਹੜਾ ਇਹ ਕਾਲਜਸ ਆ ਜੀ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹ ਕਿਊਬੈਕ 'ਚ ਹੋਵੇ, ਚਾਹੇ ਉਹ BC, ਚਾਹੇ ਅਲਬਰਟਾ ਦੇ ਵਿੱਚ ਵੀ ਕੁਝ ਕਾਲਜਸ ਦੇ ਪਾਬੰਦੀਆਂ ਲੱਗੀਆਂ ਜੀ। ਇਹ ਬਹੁਤ ਸਾਰੇ ਕਾਲਜ ਆ ਜਿਹੜੇ ਪ੍ਰਾਈਵੇਟ ਕਾਲਜਸ ਹੈਗੇ ਆ ਜੀ। ਜਿਹੜੇ ਪਬਲਿਕ ਕਾਲਜਸ ਹੈਗੇ ਉਹਦੇ 'ਚ ਗਵਰਨਮੈਂਟ ਦੀ ਹਿੱਸੇਦਾਰੀ ਹੁੰਦੀ ਆ, ਉਹ ਬਹੁਤ ਘੱਟ ਜਿਹੜੇ ਫਰਾਡ ਕਰਦੇ ਆ ਜੀ। ਪਰ ਜਿਹੜੇ ਪ੍ਰਾਈਵੇਟ ਕਾਲਜਸ ਹੁੰਦੇ ਆ ਉਹਨਾਂ ਦੇ ਉਹ ਗਵਰਨਮੈਂਟ ਤੋਂ ਅਪਰੂਵਡ ਨਹੀਂ ਹੁੰਦੇ। ਡੈਫੀਨੇਟਲੀ ਉਹਨਾਂ ਕੋਲ DLI ਹੁੰਦਾ ਹੈ, DLI ਹਰੇਕ ਇੰਸਟੀਚਿਊਟ ਨੂੰ ਮਿਲ ਜਾਂਦਾ ਹੈ, ਪਰ ਜਦੋਂ ਤੁਹਾਡੇ ਕੋਲੇ ਪ੍ਰੋਪਰ ਰਿਸੋਰਸਿਸ ਨਹੀਂ ਹੈਗੇ ਅੰਦਰ ਪ੍ਰੈਕਟੀਕਲ ਕਰਾਉਣ ਦੇ ਜਾਂ ਪ੍ਰੋਪਰ ਲੈਬਸ ਨਹੀਂ ਹੈਗੀਆਂ, ਜਦੋਂ ਉਹਨਾਂ ਦੀ ਇਨਸਪੈਕਸ਼ਨ ਹੁੰਦੀ ਹੈ, ਇਨਸਪੈਕਸ਼ਨ ਦੇ ਵਿੱਚ ਜਿਹੜੀ ਇਹਨੇ ਰੈਗੂਲੇਟਰੀ ਬਾਡੀ ਜਿਹੜੀ ਕਾਲਜਸ ਨੂੰ ਰੈਗੂਲੇਟ ਕਰਦੀ ਹੈ, ਜਦੋਂ ਉਹ ਉਹਨਾਂ ਦੀ ਇਨਸਪੈਕਸ਼ਨ ਦੇ ਵਿੱਚ ਦੇਖਦੇ ਆ ਕਿ ਇਹਨਾਂ ਕੋਲ ਦਾ ਪ੍ਰੋਪਰ ਇਕਵਿਪਮੈਂਟਸ ਹੀ ਹੈ ਨਹੀਂ, ਇਹ ਤਾਂ ਪ੍ਰੈਕਟੀਕਲ ਕਰਾ ਹੀ ਨਹੀਂ ਸਕਦੇ ਹੈਗੇ। ਜਿਵੇਂ ਲੈਟਸ ਸੇ ਕੋਈ ਨਰਸਿੰਗ ਦਾ ਪ੍ਰੋਗਰਾਮ ਕਰਾ ਰਿਹਾ, ਪਰ ਉਹਨਾਂ ਕੋਲੇ ਅੰਦਰ ਨਰਸਿੰਗ ਦੇ ਲਈ ਸਪੈਸ਼ਲ ਇਕਵਿਪਮੈਂਟਸ ਹੋਣੇ ਚਾਹੀਦੇ ਆ, ਪ੍ਰੋਪਰ ਹਸਪੀਟਲ ਵਾਂਗੂ ਇਕਵਿਪਮੈਂਟਸ ਹੋਣੇ ਚਾਹੀਦੇ ਆ। ਜਦੋਂ ਉਹਨਾਂ ਕੋਲ ਇਨਸਪੈਕਸ਼ਨ 'ਚ ਫੇਲ ਹੋ ਜਾਂਦੇ ਆ ਜੀ, ਤਾਂ ਜਿਹੜੀ ਉਹਨਾਂ ਦੀ ਰੈਕੋਗਨੀਸ਼ਨ ਹੈਗੀ ਉਹ ਕੈਂਸਲ ਹੋ ਜਾਂਦੀ ਹੈ। ਸੋ ਬਹੁਤ ਸਾਰੇ ਕਾਲਜਸ ਨਾਲ ਇਹ ਹੋਇਆ। ਸਾਡੇ BC ਦੇ ਵਿੱਚ ਵੀ, ਮੈਂ ਕੁਝ ਕਾਲਜਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ, ਇੱਥੇ BC ਦੇ ਵਿੱਚ ਹੀ ਬਹੁਤ ਸਾਰੇ ਕਾਲਜ ਸੀਗੇ, 3-4 ਕਾਲਜ ਸੀ, ਉਹਨਾਂ ਦੀ ਜਿਹੜੀ ਰੈਕੋਗਨੀਸ਼ਨ ਸੀ ਉਹ ਖਤਮ ਕਰਤੀ ਗਵਰਨਮੈਂਟ ਨੇ, ਕਿਉਂਕਿ ਉਹ ਪ੍ਰੋਪਰ ਉਹਨਾਂ ਦੇ ਕੋਲੇ ਐਜੂਕੇਟ ਕਰਨ ਦੇ ਲਈ ਜਾਂ ਪ੍ਰੈਕਟੀਕਲ ਦਿਖਾਉਣ ਦੇ ਲਈ ਪ੍ਰੋਪਰ ਇਕਵਿਪਮੈਂਟਸ ਹੈ ਨਹੀਂ ਸੀ, ਲੈਬਸ ਅਵੇਲੇਬਲ ਨਹੀਂ ਸੀਗੀਆਂ। ਸੋ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਜੀ ਕਿ ਜਦੋਂ ਵੀ ਤੁਸੀਂ ਇੰਡੀਆ ਤੋਂ ਅਪਲਾਈ ਕਰਦੇ ਆ, ਸਿਰਫ ਇਹੀ ਨਾ ਦੇਖੋ ਕਿ ਮੈਂ ਕੈਨੇਡਾ ਸਟੱਡੀ ਵੀਜ਼ੇ ਤੇ ਚੱਲਿਆ, ਪਰ ਉੱਥੇ ਇਹੀ ਹੈ ਬਸ ਕੈਨੇਡਾ ਦਾ ਵੀਜ਼ਾ ਲੱਗ ਜੇ, ਕਾਲਜ ਜਿਹੜਾ ਮਰਜ਼ੀ ਹੋਵੇ। ਹਾਂਜੀ, ਤੁਸੀਂ ਸਿਰਫ ਸਟੱਡੀ ਵੀਜ਼ੇ ਤੇ ਨਹੀਂ ਆ ਰਹੇ, ਤੁਸੀਂ ਆਪਣਾ ਭਵਿੱਖ ਬਣਾਉਣ ਲਈ ਆ ਰਹੇ ਆ। ਜੇਕਰ ਤੁਹਾਡਾ ਕਾਲਜ ਇੱਥੇ ਮਾਨਤਾ ਪ੍ਰਾਪਤ ਨਹੀਂ ਹੈਗਾ ਤਾਂ ਤੁਹਾਡਾ ਜਿਹੜਾ ਭਵਿੱਖ ਹੈਗਾ ਉਹ ਹਨੇਰੇ 'ਚ ਪੈ ਸਕਦਾ, ਕਿਉਂਕਿ ਤੁਹਾਡੇ ਮਾਪਿਆਂ ਨੇ ਬੜੀ ਹਾਰਡ ਅਰਨ ਜਿਹੜੀ ਮਨੀ ਹੈਗੀ ਆ ਉਹ ਬਹੁਤ ਔਖੀ ਕੀਤੀ ਹੋਈ ਕਮਾਈ ਤੁਹਾਡੇ ਤੇ ਲਾਈ ਆ,
ਕਿਉਂਕਿ ਤੁਸੀਂ ਆ ਕੇ ਇੱਥੇ ਕਈ ਸਟੂਡੈਂਟਸ ਆਉਂਦੇ ਆ ਕਿ ਸਾਲ-ਸਾਲ 2-2 ਸਾਲ ਪੜ੍ਹ ਲੈਂਦੇ ਆ, ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਕਾਲਜ ਹੈਗਾ ਉਹ ਮਾਨਤਾ ਪ੍ਰਾਪਤ ਹੀ ਨਹੀਂ ਹੈਗਾ ਜੀ। ਤਾਂ ਜਿਹੜੀ ਉਹਨਾਂ ਦੀ ਪੜ੍ਹਾਈ ਆ ਉਹ ਸਾਰੀ ਇੱਕ ਤਰ੍ਹਾਂ ਨਾਲ ਵੇਸਟ ਚਲੀ ਜਾਂਦੀ ਹੈ। ਹੁਣ ਦੁਬਾਰਾ ਨਵੇਂ ਸਿਰਿਓਂ ਇੱਕ ਚੰਗੇ ਰਿਪਿਊਟਡ ਪਬਲਿਕ ਕਾਲਜ ਐਡਮਿਸ਼ਨ ਲੈਣੀ ਪੈਂਦੀ ਹੈ, ਤਾਂ ਜਾ ਕੇ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ, ਤੇ ਉਹੀ ਓਪਨ ਵਰਕ ਪਰਮਿਟ ਅੱਗੇ PR ਨੂੰ ਲੀਡ ਕਰਦਾ ਹੈ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਵੀ ਤੁਸੀਂ ਕਿਸੇ ਕਾਲਜ ਐਡਮਿਸ਼ਨ ਲਓ, ਲਾਜ਼ਮੀ ਉਹਦੀ ਮਾਨਤਾ ਚੈੱਕ ਕਰ ਲਓ। ਐਂਡ ਬਹੁਤ ਸਾਰੇ ਕਾਲਜਸ ਦੀ ਮਾਨਤਾ ਹੈਗੀ ਹੈ ਜੀ, ਉਹਨਾਂ ਦੇ ਕੁਝ ਪ੍ਰੋਗਰਾਮਸ ਮਾਨਤਾ ਪ੍ਰਾਪਤ ਨਹੀਂ ਹੈਗੇ। ਅੱਛਾ, ਸਾਰੇ ਪ੍ਰੋਗਰਾਮ ਮਾਨਤਾ ਪ੍ਰਾਪਤ ਨੇ? ਹਾਂਜੀ, ਜੇ ਮੰਨ ਲਓ 6 ਡਿਗਰੀਜ਼ ਕਰਾ ਰਹੇ ਜਾਂ 6 ਡਿਪਲੋਮਾਸ ਕਰਵਾ ਰਹੇ ਆ, ਤਾਂ ਉਹਨਾਂ ਵਿੱਚੋਂ 3 ਮਾਨਤਾ ਪ੍ਰਾਪਤ ਨੇ, 3 ਮਾਨਤਾ ਪ੍ਰਾਪਤ ਹਜੇ ਨਹੀਂ ਹੈਗੇ ਜੀ, ਉਹਨਾਂ ਨੂੰ ਗਵਰਨਮੈਂਟ ਨੇ ਅਪਰੂਵ ਹੀ ਨਹੀਂ ਕੀਤਾ। ਸੋ ਇਹ ਜ਼ਰੂਰ ਚੈੱਕ ਕਰਨਾ ਫਰਜ਼ ਬਣਦਾ ਹੈ ਸਟੂਡੈਂਟ ਦਾ। ਸੋ ਉੱਥੇ ਸਿਰਫ ਇਹ ਨਾ ਦੇਖਿਆ ਕਰੋ ਕਿ ਅਸੀਂ ਪੜ੍ਹਨ ਚੱਲੇ ਹਾਂ, ਤੁਸੀਂ ਪੜ੍ਹਨ ਨਹੀਂ ਚੱਲੇ, ਤੁਸੀਂ ਆਪਣਾ ਭਵਿੱਖ ਬਣਾਉਣ ਚੱਲੇ ਆ। ਤੁਹਾਡੀ ਜਿਹੜਾ ਮੇਨ ਮੋਟਿਵ ਆ ਸਭ ਨੂੰ ਪਤਾ ਕਿ ਪਰਮਾਨੈਂਟ ਰੈਜ਼ੀਡੈਂਸੀ ਹੁੰਦਾ ਆ। ਜੇ ਤੁਸੀਂ ਇੱਥੇ ਆ ਕੇ ਪ੍ਰੋਪਰ ਕਾਲਜ ਨਹੀਂ ਤੁਹਾਡਾ ਮਾਨਤਾ ਪ੍ਰਾਪਤ ਹੈਗਾ, ਜੇ ਕਾਲਜ ਮਾਨਤਾ ਪ੍ਰਾਪਤ ਆ, ਤੁਹਾਡਾ ਜਿਹੜਾ ਤੁਹਾਡਾ ਪ੍ਰੋਗਰਾਮ ਆ ਉਹ ਮਾਨਤਾ ਪ੍ਰਾਪਤ ਨਹੀਂ ਹੈ, ਤੁਸੀਂ PR ਨਹੀਂ ਲੈ ਸਕਦੇ, ਤੁਹਾਡਾ ਜਿਹੜਾ ਭਵਿੱਖ ਆ ਉਹ ਧੁੰਦਲਾ ਹੋ ਸਕਦਾ ਹੈ। ਸੋ ਅਸੀਂ ਆਲਵੇਜ਼ ਕਹਿੰਦੇ ਆ ਕਿ ਜਦੋਂ ਵੀ ਕੋਈ ਕਾਲਜ ਚੂਜ਼ ਕਰਨਾ ਹੈ, ਬਹੁਤ ਕੌਸ਼ਨਲੀ ਕਰਿਆ ਕਰੋ। ਸੋ ਸਿੱਧੂ ਸਾਹਿਬ, ਬਹੁਤ ਵਡਮੁੱਲੀ ਜਾਣਕਾਰੀ ਹੈ। ਦਰਅਸਲ ਹਰ ਕੋਈ ਵਿਅਕਤੀ ਜਦੋਂ ਵੀ ਐਪਲੀਕੇਸ਼ਨ ਪਾਉਂਦਾ, ਉਹਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹ ਡਰ ਜ਼ਰੂਰ ਹੁੰਦਾ ਕਿ ਰਿਫਿਊਜ਼ ਨਾ ਹੋ ਜਾਏ। ਹਾਂਜੀ, ਜੇ ਰਿਫਿਊਜ਼ ਹੋ ਜਾਏ ਫਿਰ ਉਹਨੂੰ ਇਹ ਲੱਗਦਾ ਹੁੰਦਾ ਕਿ ਚੱਕ ਕੇ ਉਹੀ ਫਾਈਲ ਦੁਬਾਰਾ ਦੇ ਆਈਏ। ਹਾਂਜੀ, ਪਰ ਤੁਸੀਂ ਜਿਹੜੀਆਂ ਕੀਮਤੀ ਤੇ ਪੁਖਤਾ ਜਾਣਕਾਰੀਆਂ ਦਿੱਤੀਆਂ ਨੇ, ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜਾਣ ਤੋਂ ਪਹਿਲਾਂ ਕੰਟੈਕਟ ਕਿਵੇਂ ਕਰਨ ਜੀ ਤੁਹਾਡੇ ਨਾਲ? ਸਾਡਾ ਇੱਥੇ ਵੀਜ਼ਾ ਲਿੰਕ ਇਮੀਗ੍ਰੇਸ਼ਨ ਦੇ ਨਾਂ ਤੇ ਸਰੀ ਦੇ ਵਿੱਚ ਆਫਿਸ ਹੈਗਾ ਜੀ। ਸਾਡੇ ਜਿਹੜੇ ਕੰਟੈਕਟਸ ਹੈਗੇ ਆ, ਮੇਰੇ ਫੋਨ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ 7782463637। ਇਹਦੇ ਤੇ WhatsApp ਨੰਬਰ ਚੱਲਦਾ ਹੈ। ਸਾਡਾ ਵੈਬਸਾਈਟ ਹੈਗਾ visalink.ca, ਉਹਦੇ ਤੇ ਜਾ ਕੇ ਜਿਹੜੀ ਜ਼ਿਆਦਾ ਜਾਣਕਾਰੀ ਸਾਨੂੰ ਕੰਟੈਕਟ ਕਰਨ ਲਈ ਜਾ ਸਕਦੀ ਹੈ ਜੀ। ਸੋ ਧੰਨਵਾਦ ਸਿੱਧੂ ਸਾਹਿਬ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਧੰਨਵਾਦ ਜੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸੋ ਕਿਰਪਾ ਕਰਕੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਲਾਈਕ ਵੀ ਕਰ ਦਿਓ ਤੇ ਅੱਗੇ ਸ਼ੇਅਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ। ਤੁਹਾਡਾ ਕੋਈ ਹੋਰ ਸਵਾਲ ਹੋਵੇ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ, ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਜ਼ਰੂਰ ਛੱਡ ਦਿਓ, ਤਾਂ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਵੀ ਲੈ ਜਾ ਸਕਣ। ਸੋ ਇਹ ਸੀ ਸਮਾਂ ਅੱਜ ਦਾ ਜਿਹੜਾ ਸਾਡਾ ਤੁਹਾਡਾ ਸਾਂਝਾ ਹੋਇਆ। ਸੋ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ। ਹੁਣ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਆਪ ਸਭਨਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਰੱਬ ਰਾਖਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ।